नहीं, मैं ਜ਼ਿਮੀਂਦਾਰਾਂ ਪਰਿਵਾਰ ਨਾਲ ਸੰਬੰਧਿਤ ਰੱਖਦਾ। ਨੌਕਰੀਆਂ ਸਾਡੇ ਉਧਰਲੇ ਏਰੀਏ 'ਚ ਬਹੁਤ ਘੱਟ ਲੋਕ ਕਰਦੇ ਸੀ। 23/4/86 ਨੂੰ ਮੈਨੂੰ ਅੰਮ੍ਰਿਤਸਰ ਬਤੌਰ ਕਾਂਸਟੇਬਲ ਭਰਤੀ ਕਰ। ਉਦੋਂ ਸਾਈਕਲ ਮੋਟਰਸਾਈਕਲ ਲਾਸਟ ਹੁੰਦਾ ਸੀ, ਗੱਡੀ ਤਾਂ ਬਹੁਤ ਕਿਸੇ ਟਾਵੇਂ ਸੀਨੀਅਰ ਅਫਸਰ ਕੋ ਹੁੰਦੀ ਸੀ। ਉੱਥੇ ਦਾ ਇਹ ਹੈ ਕਿ ਉੱਥੇ ਕਾਂਸਟੇਬਲ ਵੀ ਆ ਤੇ ਉਹ ਵੀ ਸਮਝ ਲਓ ਸਾਡੇ ਇੱਥੇ ਐਸਐਸਪੀ ਦੇ ਬਰਾਬਰ ਆ। ਇੱਥੇ ਅਸੀਂ ਜਿੰਨਾ ਮਰਜ਼ੀ ਨਾਲ ਲੋਕਾਂ ਨੂੰ ਅਵੇਅਰ ਕਰੀਏ ਪਰ ਇਹ ਲੋਕ ਮੰਨਦੇ ਨਹੀਂ। ਅਸੀਂ ਵੀ ਪਾਣੀ 'ਚ ਤਰ ਲੈਂਦੇ ਹੁੰਦੇ ਸੀ। ਅਸੀਂ ਉਹ ਪਿੱਛਾ ਕੀਤਾ ਤਾਂ ਤਰਦਿਆਂ ਇੱਕ ਪਾਣੀ ਦੀ ਘੁੰਮਣ ਘੇਰੀ ਆਈ, ਉਹ ਮੈਂ ਘੁੰਮਣ ਘੇਰੀ ਦੇ ਵਿੱਚ ਪੈ ਗਿਆ। ਹੁਣ ਭੇਰੀ ਦੇ ਵਿੱਚ ਪੈ ਕੇ ਮੈਨੂੰ ਕਿ ਮੈਂ ਡੁੱਬਣ ਦੀ ਹਾਲਤ 'ਚ ਸੀ। ਉਹੋ ਹੀ ਰਾਜ ਸਿੰਘ ਜਿਨ੍ਹਾਂ ਨੂੰ ਅਸੀਂ ਫੜਨਾ ਸੀ ਉਹਨਾਂ ਨੇ ਆਣ ਕੇ ਮੈਨੂੰ ਬਾਹਰ ਬਚਾਇਆ। ਆਪਣੇ ਇਹੀ ਸੋਚਦਾ ਕਿ ਇਹ ਲਾਈਫ ਉਹਨਾਂ ਦੀ ਦਿੱਤੀ ਤਾਂ ਅੱਜ ਉਹਨਾਂ ਦੇ ਇਲਾਕੇ 'ਚ ਮੈਂ ਲੱਗਾ ਹੋਇਆ। ਪੰਜਾਬ ਲਾਈਵ ਨਿਊਜ਼ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਜਿੱਥੇ ਸੱਚੀਆਂ ਖਬਰਾਂ ਤੋਂ ਵਾਕਫ ਕਰਵਾਉਂਦੇ ਹਾਂ, ਉੱਥੇ ਹੀ ਕਰੋਨਾ ਯੋਧਾ ਜੋ ਕਿ ਸਰਕਾਰ ਵੱਲੋਂ ਨਿਯੁਕਤ ਕੀਤੇ ਹੁੰਦੇ ਹਨ ਪਰ ਮਨੁੱਖਤਾ ਦੀ ਭਲਾਈ ਅਤੇ ਮਾਨਵਤਾ ਦੀ ਸੇਵਾ ਤੋਂ ਕਦੇ ਪਿੱਛੇ ਨਹੀਂ ਹਟਦੇ, ਉਹਨਾਂ ਨਾਲ ਵੀ ਮੁਲਾਕਾਤ ਕਰਵਾਉਂਦੇ ਰਹੀਏ। ਇਸੇ ਲੜੀ ਵਿੱਚ ਹੀ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਕੋਵਿਡ ਵਾਰੀਅਰ ਨਾਲ ਕਰਵਾਉਣ ਜਾ ਰਹੇ ਹਾਂ ਜੋ ਮਾਨਵਤਾ ਦੇ ਸਹਿਯੋਗ ਲਈ ਹਮੇਸ਼ਾ ਹੀ ਤਤਪਰ ਤਿਆਰ ਰਹਿੰਦਾ ਹੈ। ਅਸੀਂ ਗੱਲ ਕਰ ਰਹੇ ਹਾਂ ਨੂਰ ਮਹਿਲ ਦੇ ਬਿਲਗਾ ਥਾਣਾ ਦੇ SHO ਸੁਰਜੀਤ ਸਿੰਘ ਪੱਡਾ ਦੀ, ਜੋ ਕਿ ਆਪਣੇ ਸਹਿਯੋਗੀਆਂ ਨਾਲ ਦਿਨ ਰਾਤ ਇੱਕ ਕਰਕੇ ਇਲਾਕਾ ਨਿਵਾਸੀਆਂ ਦੀ ਬਹੁਤ ਮਦਦ ਕਰ ਰਹੇ ਹਨ। ਅੱਜ ਦੀ ਇਸ ਔਖੀ ਘੜੀ ਜੋ ਕਿ ਭਿਆਨਕ ਮਹਾਮਾਰੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ ਹੈ, ਵਿੱਚ SHO ਸੁਰਜੀਤ ਸਿੰਘ ਪੱਡਾ ਆਪਣੇ ਤਨ ਮਨ ਅਤੇ ਧਨ ਨਾਲ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੇਰਾ ਏਰੀਆ ਜਿਸ ਨੂੰ ਇਸ ਭਿਆਨਕ ਮਹਾਮਾਰੀ ਤੋਂ ਬਚਾਇਆ ਜਾ ਸਕੇ। ਮੈਂ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਪੂਰਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਮੇਰਾ ਸਾਥ ਦਿਓ ਅਤੇ ਲੋਕ ਵੀ ਮੇਰਾ ਪੂਰਾ ਸਹਿਯੋਗ ਕਰ ਰਹੇ ਹਨ। ਵੇਖੋ ਮੌਕੇ 'ਤੇ ਸੁੱਖਾ ਬਸ਼ਰ ਅਤੇ ਬਿਊਰੋ ਚੀਫ ਨੂਰ ਮਹਿਲ ਨਰਿੰਦਰ ਪੰਡਾਲ ਦੀ ਖਾਸ ਰਿਪੋਰਟ।
ਹਾਂਜੀ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਤੇ ਸਲਾਮ ਜੀ ਸਾਰੇ ਪੰਜਾਬੀਆਂ ਨੂੰ। ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਲਾਈਵ ਟੀਵੀ ਔਰ ਪੰਜਾਬ ਲਾਈਵ ਟੀਵੀ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਜਦੋਂ ਕੁਝ ਚੰਗਾ ਕੋਈ ਕਾਰਗੁਜ਼ਾਰੀ ਕਰਦਾ ਤੇ ਉਹਨੂੰ ਤੁਹਾਡੇ ਰੂਬਰੂ, ਤੁਹਾਡੇ ਮੁਖਾਤਿਬ ਕਰੀਏ, ਤੁਹਾਡੇ ਸਨਮੁਖ ਕਰੀਏ। ਮੈਂ ਸੁੱਖਾ ਬਸ਼ਰ ਅੱਜ ਫੇਰ ਇਸੇ ਤਰ੍ਹਾਂ ਦੇ ਇੱਕ ਮਹਾਨ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਪੰਜਾਬ ਪੁਲਿਸ ਦਾ ਕੀ ਰੁਤਬਾ ਹੁੰਦਾ ਹੈ। ਤੇ ਅੱਜ ਪੰਜਾਬ ਪੁਲਿਸ ਦਾ ਉਹ ਆਫੀਸਰ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਕਰਾਂਗੇ ਗੱਲਬਾਤ, ਕਿਉਂਕਿ ਗੱਲ ਨੂਰਮਹਿਲ ਤੋਂ ਸ਼ੁਰੂ ਹੋਈ ਸੀ ਤੇ ਅੱਜ ਬਿਲਗਾ ਥਾਣਾ ਦੇ ਵਿੱਚ ਜਿਹੜੇ ਕਿ ਬਤੌਰ SHO ਡਿਊਟੀ ਨਿਭਾ ਰਹੇ ਆ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ। ਮੇਰੀ ਮੁਰਾਦ ਬਹੁਤ ਹੀ ਮਾਇਨਾਤ ਸ਼ਖਸੀਅਤ ਜੀ, ਸਰਦਾਰ ਸੁਰਜੀਤ ਸਿੰਘ ਜੀ ਪੱਡਾ ਸਾਹਿਬ, SHO ਸਾਹਿਬ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ, ਜੈ ਹਿੰਦ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਸ਼ੁਰੂ ਕਰਾਂਗੇ ਕੁਝ ਜ਼ਿੰਦਗੀ ਦੀਆਂ ਦਾਸਤਾਨ ਦੀਆਂ ਗੱਲਾਂ, ਕਿਉਂਕਿ ਡਿਊਟੀ ਬਤੌਰ ਤੁਸੀਂ ਨਿਭਾ ਰਹੇ ਹੋ SHO ਤੌਰ ਤੇ ਗੱਲ ਕਰਾਂਗੇ ਅੱਜ ਦੇ ਮੌਜੂਦਾ ਦੇ ਹਾਲਾਤ ਦੀ, ਔਰ ਤੁਹਾਡੀ ਜ਼ਿੰਦਗੀ ਨਾਲ ਕੁਝ ਰਿਲੇਟਡ ਗੱਲਾਂ ਹੋਣਗੀਆਂ। ਉਸ ਤੋਂ ਪਹਿਲਾਂ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਧੰਨਵਾਦ, ਜੀ ਆਇਆਂ, ਸਤਿ ਸ਼੍ਰੀ ਅਕਾਲ ਕਹਿੰਦਾ ਅਤੇ ਬੇਨਤੀ ਕਰਦਾ ਕਿ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਆਪਾਂ ਕਿਹੜੇ ਹਾਲਾਤਾਂ ਵਿੱਚ ਲੰਘਦੇ ਹਾਂ, ਔਰ ਇਹਨਾਂ ਹਾਲਾਤਾਂ 'ਤੇ ਫੇਰ ਹੀ ਆਪਾਂ ਇਸ ਮਹਾਮਾਰੀ 'ਤੇ ਕਾਬੂ ਪਾ ਸਕਦੇ ਹਾਂ। ਜੇ ਪਬਲਿਕ ਸਾਨੂੰ ਸਹਿਯੋਗ ਕਰੇ ਤਾਂ ਅਸੀਂ ਪਬਲਿਕ ਦੇ ਸਹਿਯੋਗ ਨਾਲ ਹੀ ਇਹ ਬਿਮਾਰੀ 'ਤੇ ਕਾਬੂ ਪਾ ਸਕਦੇ ਹਾਂ। ਜੀ ਸਰ, ਔਰ ਆਓ ਸਰ ਹੁਣ ਕਰਦੇ ਹਾਂ ਕੁਝ ਜ਼ਿੰਦਗੀ ਦੀਆਂ ਗੱਲਾਂ। ਸਰ, ਸ਼ੁਰੂ ਕਰਾਂਗੇ ਆਪਣੀ ਜ਼ਿੰਦਗੀ ਦੀ ਬੈਕਗਰਾਉਂਡ ਤੋਂ। ਸਰ, ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ? ਮੈਂ ਪਿੱਛੋਂ ਪਿੰਡ ਖੀਰਾਂ ਵਾਲੀ, ਜ਼ਿਲ੍ਹਾ ਕਪੂਰਥਲਾ ਨੂੰ ਬਿਲੋਂਗ ਕਰਦਾ। ਪਿੰਡ ਖੀਰਾ ਵਾਲੀ, ਜ਼ਿਲ੍ਹਾ ਕਪੂਰਥਲਾ ਤੋਂ ਬਿਲੋਂਗ ਕਰਦੇ ਹੋ। ਤੇ ਸਰ, ਇਹ ਜਿਹੜੀ ਤੁਸੀਂ ਬਤੌਰ ਅੱਜ ਪੁਲਿਸ ਦੀ ਡਿਊਟੀ ਨਿਭਾ ਰਹੇ ਹੋ SHO ਤੌਰ ਤੇ, ਕੀ ਪਹਿਲਾਂ ਹੀ ਸੋਚਿਆ ਸੀ ਕਿ ਮੈਂ ਪੁਲਿਸ ਦੇ ਵਿੱਚ ਹੀ ਜਾਣਾ, ਕੁਝ ਹੋਰ ਸੋਚਿਆ ਸੀ? ਨਹੀਂ, ਮੈਂ ਜ਼ਿਮੀਂਦਾਰਾਂ ਪਰਿਵਾਰ ਨਾਲ ਸੰਬੰਧਿਤ ਰੱਖਦਾ। ਉਸ ਸਮੇਂ ਪੁਲਿਸ ਵਿੱਚ ਜਾਂ ਸਰਕਾਰੀ ਨੌਕਰੀਆਂ ਸਾਡੇ ਉੱਧਰਲੇ ਏਰੀਏ 'ਚ ਬਹੁਤ ਘੱਟ ਲੋਕ ਕਰਦੇ ਸੀਗੇ। ਅਤੇ ਮੁੜ ਕੇ ਅਸੀਂ ਪਹਿਲੋਂ ਆਪਣੀ ਮੈਂ ਪੜ੍ਹਾਈ ਕੀਤੀ ਪਿੰਡ ਦੇ ਸਕੂਲ ਤੋਂ, ਹਾਈ ਸਕੂਲ ਤੋਂ। ਉਦੋਂ ਬਾਅਦ ਮੈਂ ਰਣਧੀਰ ਕਾਲਜ ਜਲੰਧਰ ਕਪੂਰਥਲੇ ਆ ਗਿਆ। ਉੱਥੋਂ ਸੋਚਦੇ ਫਿਰ ਇਕੱਠੇ ਹੋਏ ਕਿ ਕਿਉਂ ਨਾ ਕੋਈ ਸਰਕਾਰੀ ਨੌਕਰੀ ਕੀਤੀ ਜਾਵੇ। ਬਿਟਵੀਨ ਮੈਂ ਕਾਲਜ ਤੋਂ ਬਾਅਦ BA1 ਕਰਨ ਤੋਂ ਬਾਅਦ ਮੈਂ ITI ਤਲਵੰਡੀ ਚੌਧਰੀਆਂ ਦਾਖਲਾ ਰਿਹਾ। ਉੱਥੇ ਮੈਂ ਆਪਰੇਟਰਸ਼ਿਪ ਕਰ ਰਿਹਾ ਸੀਗਾ ਕਿ ਪੰਜਾਬ ਪੁਲਿਸ ਦੀ ਕਾਂਸਟੇਬਲ ਦੀ ਜਿਹੜੀ ਭਰਤੀ ਖੁੱਲ੍ਹੀ ਤਾਂ ਅਸੀਂ ਉਹ 'ਚ ਟਰਾਇਲ ਦਿੱਤਾ, ਜਿਹਦੇ ਵਿੱਚ ਮੈਂ ਸਿਲੈਕਟ ਹੋ ਗਿਆ। 23/4/86 ਨੂੰ ਮੈਨੂੰ ਅੰਮ੍ਰਿਤਸਰ ਬਤੌਰ ਕਾਂਸਟੇਬਲ ਭਰਤੀ ਕਰ ਲਿਆ ਗਿਆ। ਯਾਨੀ ਕਿ ਤੁਸੀਂ ਜਿਹੜਾ ਸ਼ੁਰੂਆਤ ਦੇ ਵਿੱਚ ਤੁਹਾਡੀ ਜਿਹੜੀ ਪਹਿਲੀ ਜੌਬ ਲੱਗੀ ਆ ਉਹ ਪੁਲਿਸ ਮਹਿਕਮੇ ਦੇ ਵਿੱਚ ਹੀ ਲੱਗੀ ਹੈ ਨਾ? ਬਿਲਕੁਲ ਜੀ, ਪਹਿਲੀ ਪੁਲਿਸ ਮਹਿਕਮੇ ਜੌਬ ਲੱਗੀ ਆ। ਪਹਿਲੀ ਸਰਕਾਰੀ ਮੇਰੀ ਨੌਕਰੀ ਪੁਲਿਸ ਮਹਿਕਮੇ ਤੋਂ ਸ਼ੁਰੂ ਹੋਈ ਆ। ਔਰ ਸਰ, ਇਹ ਜਿਹੜੀ ਤੁਸੀਂ ਨੌਕਰੀ ਦੀ ਜਦੋਂ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਤੁਸੀਂ ਕਿਹੜੇ ਥਾਣੇ ਦੇ ਵਿੱਚ ਡਿਊਟੀਆਂ ਕੀਤੀਆਂ? ਸਭ ਤੋਂ ਪਹਿਲਾਂ ਤਾਂ ਸਾਡੀ ਭਰਤੀ ਅੰਮ੍ਰਿਤਸਰ 23/4/86 ਦੀ ਮਾਨਯੋਗ ਵਿਰਕ ਸਾਹਿਬ, ਸਰਬਜੀਤ ਸਿੰਘ ਵਿਰਕ, ਇਹ ਸਾਡੇ SSP ਸਾਹਿਬ ਸੀਗੇ। ਇਹਨਾਂ ਨੇ ਹੀ ਸਾਨੂੰ ਨਿਯੁਕਤੀ ਪੱਤਰ ਦਿੱਤਾ। ਉਹਨਾਂ ਦੇ ਹੱਥ ਦੇ ਅਸੀਂ ਉਸ ਦਿਨ 23/4/86 ਨੂੰ 25 ਕਾਂਸਟੇਬਲ ਨੰਬਰ ਮਿਲੇ ਸੀਗੇ ਸਾਨੂੰ। ਸਰ, ਉਸ ਤੋਂ ਬਾਅਦ ਜਿਹੜੀਆਂ ਡਿਊਟੀਆਂ ਆਪਣੀਆਂ, ਉਹ ਆਪਣੇ ਨੂਰਮਹਿਲ ਏਰੀਏ ਦੀ ਜਲੰਧਰ ਦੀ ਗੱਲ ਕਰੀਏ ਤੇ ਕਿੱਥੇ ਤੁਸੀਂ ਬਤੌਰ ਮੁਲਾਜ਼ਮ ਜਾਂ ਬਤੌਰ SI ਜਾਂ ਤੁਸੀਂ ਅੱਜ ਬਿਲਗਾ ਦੇ ਵਿੱਚੋਂ ਕਿੱਥੇ ਡਿਊਟੀਆਂ ਹੋ ਚੁੱਕੀਆਂ? ਜਿਉਂ ਪਹਿਲੋਂ ਸਭ ਤੋਂ ਪਹਿਲਾਂ ਤਾਂ ਮੈਂ ਅੰਮ੍ਰਿਤਸਰ ਸੀਗਾ। 87 ਲਾਸਟ 'ਚ ਮੈਂ ਜਿਹੜਾ ਜਲੰਧਰ ਜੁਆਇਨ ਕੀਤਾ। ਜਲੰਧਰ ਆਣ ਕੇ ਅਸੀਂ ਪੁਲਿਸ ਲਾਈਨ ਹਾਜ਼ਰੀ ਪਵਾਈ ਆ। ਉਦੋਂ ਬਾਅਦ ਮੈਂ ਸੀਨੀਅਰ ਅਫਸਰਾਂ ਨਾਲ SP ਸਾਹਿਬ, SSP ਸਾਹਿਬ ਦੇ ਨਾਲ ਬਤੌਰ ਗਨਮੈਨ ਡਰਾਈਵਰ ਡਿਊਟੀ ਕੀਤੀ ਆ। 1990 ਵਿੱਚ ਮੈਂ B1 ਵਿੱਚ ਸਿਲੈਕਟ ਹੋ ਗਿਆ। ਫਿਰ PPA ਫਲੋਰ ਤੋਂ ਅਸੀਂ ਲੋਅਰ ਕੋਰਸ, ਜਿਹਨੂੰ ਸਾਡੇ ਮਹਿਕਮੇ ਦਾ ਪਹਿਲਾ ਕੋਰਸ ਕਹਿੰਦੇ, ਉਹ ਕੀਤਾ। ਅਤੇ 12/11/90 ਨੂੰ ਮੈਂ ਬਤੌਰ ਹੈੱਡ ਕਾਂਸਟੇਬਲ ਨਿਯੁਕਤ ਹੋ ਗਿਆ। ਜਿਹੜੇ ਹੈੱਡ ਕਾਂਸਟੇਬਲ ਦੀ ਆਪਣੀ ਜਿਹੜੀ ਪਹਿਲੀ ਪੋਸਟਿੰਗ ਹੋਈ ਸੀ, ਸਰ, ਕਿਹੜੇ ਥਾਣੇ 'ਚ ਹੋਈ ਸੀ? ਪਹਿਲੀ ਤਾਂ ਮੈਂ ਸਰਦਾਰ ਰਾਜਵੰਤ ਸਿੰਘ ਆ, ਹੁਣ ਇਸ ਲਈ DGP ਹਰਿਆਣਾ ਲੱਗੇ ਆ, ਉਹਨਾਂ ਦੇ ਨਾਲ ਬਤੌਰ ਗਨਮੈਨ ਮੇਰੀ ਡਿਊਟੀ ਸੀ। ਜੀ, ਔਰ ਸਰ, ਜੇ ਗੱਲ ਕਰੀਏ ਫੈਮਿਲੀ ਦੀ, ਪਰਿਵਾਰ ਦੀ, ਤੇ ਆਪਣੇ ਮੰਮੀ ਡੈਡੀ ਦਾ ਨਾਮ ਕੀ ਹੈ ਜੀ? ਮੇਰੇ ਪਿਤਾ ਜੀ ਦਾ ਨਾਮ ਜਥੇਦਾਰ ਸਰਦਾਰ ਕੁੰਦਨ ਸਿੰਘ ਆ, ਜੋ ਇਸ ਵਕਤ 2007 ਵਿੱਚ ਗੁਜ਼ਰ ਗਏ ਸੀ। ਮੇਰੀ ਮਾਤਾ ਜੀ ਦਾ ਨਾਮ ਮਹਿੰਦਰ ਕੌਰ ਹੈ, ਜਿਹੜੇ 2017 ਵਿੱਚ ਗੁਜ਼ਰ ਗਏ ਆ। ਸਰ, ਇਹ ਜਿਹੜੀ ਤੁਸੀਂ ਡਿਊਟੀ ਕਰ ਰਹੇ ਹੋ, ਉਹ ਜਿਹੜੀ ਡਿਊਟੀ ਤੋਂ ਜਿਹੜੀ ਮੈਰਿਜ ਤੁਹਾਡੀ ਹੋਈ ਆ, ਤੇ ਉਹ ਵਿਆਹ ਤੋਂ ਪਹਿਲਾਂ ਹੋਈ ਸੀ? ਮਤਲਬ ਡਿਊਟੀ ਜਿਹੜੀ ਜੁਆਇਨਿੰਗ ਹੈ ਤੁਹਾਡੀ, ਜਾਂ ਫਿਰ ਪਹਿਲਾਂ ਵਿਆਹ ਹੋਇਆ ਫਿਰ ਡਿਊਟੀ ਜੁਆਇਨਿੰਗ? ਮੇਰੀ ਜਿਹੜੀ ਅੰਗੇਜਮੈਂਟ ਸੀ ਉਹ ਤਾਂ ਮੇਰੀ ਭਰਤੀ ਤੋਂ ਪਹਿਲਾਂ ਹੋ ਗਈ ਸੀ। ਬਿਟਵੀਨ ਮੈਨੂੰ ਜਦੋਂ ਸਿਲੈਕਟ ਕਰ ਲਿਆ ਗਿਆ, ਪਤਾ ਲੱਗ ਗਿਆ ਕਿ ਸਿਲੈਕਟ ਹੋ ਗਈਆਂ, ਅਤੇ ਮੇਰਾ 21 ਫਰਵਰੀ
1986 ਨੂੰ ਮੇਰੀ ਮੈਰਿਜ ਹੋ ਗਈ ਆ। 23/4/86 ਨੂੰ ਕਰੀਬ 2-2.5 ਮਹੀਨੇ ਬਾਅਦ ਮੈਂ ਮਹਿਕਮੇ ਜੁਆਇਨ ਕਰ ਲਿਆ। ਤੇ ਅੱਜ ਸਰ ਆਪਣੀ ਫੈਮਿਲੀ ਦੇ ਵਿੱਚ ਜਿਹੜੇ ਆਪਣੇ ਬੱਚੇ ਕਿੰਨੇ ਆ ਤੇ ਕਿੰਨੇ ਬੇਟੇ ਆ, ਕਿੰਨੀਆਂ ਬੇਟੀਆਂ? ਮੇਰੀ ਫੈਮਿਲੀ 'ਚ ਮੇਰੀ ਇੱਕ ਬੇਟੀ ਆ ਵੱਡੀ, ਛੋਟਾ ਬੇਟਾ ਮੈਰਿਡ ਆ, ਬੇਟੀ ਅਨਮੈਰਿਡ ਆ। ਮੇਰੇ ਤਿੰਨੇ ਬੱਚੇ ਇਸ ਲਈ ਕੈਨੇਡਾ 'ਚ ਬਰੈਂਪਟਨ ਰਹਿੰਦੇ ਆ। ਔਰ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਸਰ ਹੁਣਾਂ ਦੀ ਜਿਹੜੀ ਫੈਮਿਲੀ ਆ ਉਹ ਕੈਨੇਡਾ ਦੇ ਵਿੱਚ ਬਿਲਕੁਲ ਸੈਟਲ ਆ। ਤੇ ਸਰ ਇਸ ਵੇਲੇ ਤੁਸੀਂ ਬਤੌਰ SHO ਜਿਹੜੀ ਡਿਊਟੀ ਨਿਭਾ ਰਹੇ ਹੋ ਬਿਲਗਾ ਥਾਣਾ ਦੇ ਵਿੱਚ, ਇਹ ਇੱਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਆ। ਤੇ ਇੱਥੇ ਬਹੁਤ ਕਰਮਾਂ ਵਾਲਾ ਹੁੰਦਾ ਜਿਹੜਾ ਕੋਈ SHO ਦੀ ਡਿਊਟੀ ਨਿਭਾਉਂਦਾ, ਜਾਂ ਕੋਈ ਵੀ ਜਿਹੜਾ SI ਜਾਂ ਜਿੰਨੀਆਂ ਵੀ ਡਿਊਟੀਆਂ ਇੱਥੇ ਲੱਗਦੀਆਂ ਨੇ ਉਹ ਕਰਮਾਂ ਦੇ ਨਾਲ ਮਿਲਦੀਆਂ ਨੇ। ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਦਾ ਫੀਲ ਕਰਦੇ ਹੋ? ਇਹ ਬਹੁਤ ਚੰਗੀ ਗੱਲ ਆ ਕਿ ਗੁਰੂ ਪੀਰਾਂ ਫਕੀਰਾਂ ਦੀ ਇਹ ਧਰਤੀ ਆ, ਬਹੁਤ ਵਧੀਆ। ਕਿਉਂਕਿ ਮੈਨੂੰ ਇੱਥੇ ਪਹਿਲੋਂ ਵੀ ਸਾਡਾ ਥਾਣੇ ਨੂਰਮਹਿਲ ਵਿੱਚ ਮੈਂ ਬਤੌਰ ਮੁੱਖ ਮੁਨਸ਼ੀ ਵੀ ਰਹਿ ਗਿਆ, IO ਵੀ ਰਹਿ ਗਿਆ, ਐਕਸਾਈਜ਼ ਇੰਚਾਰਜ ਵੀ ਰਹਿ ਗਿਆ। ਕਾਫੀ ਮੇਰਾ ਇਸ ਇਲਾਕੇ ਨਾਲ ਪੁਰਾਣਾ ਹੀ ਵਾਕਫੀਤ ਆ। ਤੇ ਅੱਜ ਮੈਂ ਦੁਬਾਰਾ ਇਸ ਇਲਾਕੇ 'ਚ ਬਤੌਰ ਮੁੱਖ ਅਫਸਰ ਲੱਗ ਕੇ ਆਇਆ। ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਔਰ ਬੜੀ ਫਖਰ ਵਾਲੀ ਗੱਲ ਆ। ਸਰ ਜੇ ਗੱਲ ਕਰੀਏ ਸਟੱਡੀ ਦੀ, ਤੇ ਤੁਸੀਂ ਕਿੱਥੇ ਤੱਕ ਜਿਹੜੀ ਪ੍ਰੋਪਰ ਸਟੱਡੀ ਕੀਤੀ ਹੈਗੀ? ਮੈਂ ਪ੍ਰੋਪਰ ਸਟੱਡੀ ਤੇ BA 1 ਤੱਕ ਕੀਤੀ ਹੈ। BA 1 ਤੱਕ ਤੁਸੀਂ ਸਟੱਡੀ ਕੀਤੀ ਹੈ। ਤੇ ਰਜਿੰਦਰਾ ਕਾਲਜ ਕਿਹੜੇ ਕਾਲਜ ਤੋਂ ਕੀਤੀ? ਅਸੀਂ ਰਣਧੀਰ ਕਾਲਜ ਜਲੰਧਰ ਤੋਂ ਕਪੂਰਥਲਾ ਤੋਂ। ਰਣਧੀਰ ਕਾਲਜ ਕਪੂਰਥਲਾ ਤੋਂ ਜਿਹੜੀ ਸਰ ਉਹਨਾਂ ਨੇ ਸਟੱਡੀ ਕੀਤੀ ਹੈ ਜੀ BA 1 ਤੱਕ। ਔਰ ਸਰ ਗੱਲ ਕਰੀਏ ਉਸ ਸਮੇਂ ਦੀ ਤੇ ਹੁਣ ਦੇ ਸਮੇਂ ਦੀ, ਉਸ ਸਮੇਂ ਦੀ ਜਿਹੜੀ ਪੁਲਿਸ ਸੀ ਜਾਂ ਹੁਣ ਦੇ ਸਮੇਂ ਦੀ ਪੁਲਿਸ, ਦੋਨਾਂ 'ਚ ਕੀ ਡਿਫਰੈਂਸ ਨਜ਼ਰ ਆਉਂਦਾ? ਉਸ ਸਮੇਂ ਇਹ ਪੁਲਿਸ ਸੀਗੀ, ਪੁਰਾਣੀ ਪੁਲਿਸ ਜਿਹਨੂੰ ਕਹਿ ਦਿੰਦੇ ਆ। ਉਦੋਂ ਇੰਨੀ ਪੁਲਿਸ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ ਸੀ। ਉਦੋਂ ਨਾ ਪੁਲਿਸ ਕੋ ਇੰਨੇ ਸੋਰਸ ਸੀਗੇ। ਉਦੋਂ ਮੋਟਰਸਾਈਕਲ ਲਾਸਟ ਹੁੰਦਾ ਸੀ, ਗੱਡੀ ਤਾਂ ਬਹੁਤ ਕਿਸੇ ਟਾਵੇਂ ਸੀਨੀਅਰ ਅਫਸਰ ਕੋ ਹੁੰਦੀ ਸੀਗੀ। ਅੱਜ ਕੱਲ੍ਹ ਬੱਚੇ ਜਿਹੜੇ ਨਵੇਂ ਆਏ ਆ ਕਾਫੀ ਪੜ੍ਹੇ ਲਿਖੇ ਵੀ ਆ, ਕਾਫੀ ਸਟੱਡੀ ਕੀਤੀ ਆ ਤੇ ਚੰਗੇ ਘਰਾਂ ਨੂੰ ਬਿਲੋਂਗ ਕਰਦੇ ਆ। ਮੂਮਨ ਅੱਜ ਕਾਂਸਟੇਬਲ ਤੱਕ ਵੀ ਗੱਡੀ ਹੈ। ਤੇ ਸਰ ਕਦੇ ਡਿਊਟੀ ਦੇ ਦੌਰਾਨ ਤੁਸੀਂ ਜਦੋਂ ਤੋਂ ਜੁਆਇਨਿੰਗ ਕੀਤੀ ਆ, ਕਦੇ ਬਾਹਰ ਜਾਣ ਦਾ ਵੀ ਤੁਹਾਨੂੰ ਮੌਕਾ ਮਿਲਿਆ? ਹਾਂਜੀ, ਮੈਂ ਕਰੀਬ ਸਾਲ 1.5 ਸਾਲ ਬਾਅਦ ਕਿਸੇ ਨਾ ਕਿਸੇ ਕੰਟਰੀ ਟੂਰ ਕਰਦਾ ਹੀ ਆ। ਮੈਂ ਹੁਣ ਤੱਕ ਇੰਗਲੈਂਡ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਈਵਨ ਹੋਰ ਵੀ ਕਈ ਕੰਟਰੀਆਂ ਦੀ ਸੈਰ ਕੀਤੀ ਹੈ। ਤੇ ਸਰ ਕੀ ਉੱਥੇ ਦੀ ਪੁਲਿਸ ਪ੍ਰਸ਼ਾਸਨ ਦਾ ਤੇ ਇੱਥੇ ਦੀ ਪੁਲਿਸ ਪ੍ਰਸ਼ਾਸਨ ਦਾ ਕੀ ਡਿਫਰੈਂਸ ਦੋਨਾਂ 'ਚ ਤੁਹਾਨੂੰ ਨਜ਼ਰ ਆਉਂਦਾ ਜੀ? ਉੱਥੇ ਦਾ ਇਹ ਹੈ ਕਿ ਉੱਥੇ ਕਾਂਸਟੇਬਲ ਵੀ ਆ ਤੇ ਉਹ ਵੀ ਸਮਝ ਲਓ ਸਾਡੇ ਇੱਥੇ SSP ਦੇ ਬਰਾਬਰ ਆ। ਉੱਥੇ ਜੋ ਕਾਂਸਟੇਬਲ ਨੇ ਇੱਕ ਵਾਰੀ ਕਹਿ ਦਿੱਤਾ ਸੋ ਮੰਨ ਲਿਆ। ਇੱਥੇ ਅਸੀਂ ਜਿੰਨਾ ਮਰਜ਼ੀ ਨਾਲ ਲੋਕਾਂ ਨੂੰ ਅਵੇਅਰ ਕਰੀਏ ਪਰ ਇਹ ਲੋਕ ਮੰਨਦੇ ਨਹੀਂ। ਉਹ ਲੋਕ ਆ ਕਿ ਜਿਹੜੇ ਕਾਨੂੰਨ ਦੀ ਪਾਲਣਾ ਕਰਦੇ ਆ ਔਰ ਉਹ ਸਮਝਦੇ ਆਪਣੀ ਜ਼ਿੰਮੇਵਾਰੀ। ਸਾਡੇ ਇੱਥੇ ਇਹ ਪ੍ਰੋਬਲਮ ਆ ਕਿ ਸਾਡੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਲੋਕਾਂ 'ਚ ਅਵੇਅਰਨੈਸ ਨਹੀਂ, ਸਮਝਦੇ ਨਹੀਂ। ਤੇ ਸਰ ਗੱਲ ਕਰੀਏ ਹੁਣ ਦੀ ਕਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਟਾਈਮ ਚੱਲ ਰਿਹਾ, ਉਹਦੇ ਅਕੋਰਡਿੰਗ ਬਿਲਗਾ ਦਾ ਜਿਹੜਾ ਏਰੀਆ ਆ, ਉਹਦੇ ਜਿਹੜੇ ਲੋਕ ਇੱਥੇ ਘੁੰਮਦੇ ਫਿਰਦੇ ਨੇ, ਕਰਫਿਊ ਲੱਗਾ ਆ, ਤੇ ਤੁਸੀਂ ਉਹਨਾਂ ਨਾਲ ਕੀ ਵਰਤਾਓ ਕਰਦੇ ਹੋ? ਦੇਖੋ ਜੀ, ਅਸੀਂ ਇਹ ਕਰੋਨਾ ਵਾਇਰਸ ਦੇ ਸਮੇਂ ਦੌਰਾਨ ਆਪਣੀ ਕਾਫੀ ਕੋਸ਼ਿਸ਼ ਕੀਤੀ ਆ। ਲੋਕਾਂ ਨੂੰ ਮੀਡੀਆ ਰਾਹੀਂ ਹੋਰ ਵੀ ਜਿੰਨੇ ਵੀ ਤਰੀਕੇ ਆ ਉਹਨਾਂ ਰਾਹੀਂ ਇਹਨਾਂ ਨੂੰ ਸਮਝਾ ਬੁਝਾ ਕੇ ਕਿ ਤੁਸੀਂ ਆਪਣੇ ਘਰਾਂ ਵਿੱਚ ਰਹੋ, ਬਾਹਰ ਨਾ ਨਿਕਲੋ। ਸਖਤੀ ਵੀ ਕੀਤੀ ਆ, ਵਹੀਕਲ ਚਲਾਨ ਵੀ ਕੀਤੇ ਆ। ਕੁਛ ਬੰਦੇ ਜਿਹੜੇ ਉਹਨਾਂ ਦੇ ਅਸੀਂ ਮੁਕੱਦਮੇ ਵੀ 188 ਦੇ ਦਰਜ ਕੀਤੇ ਆ। ਤਾਂ ਹਰੇਕ ਤਰ੍ਹਾਂ ਸਾਡੀ ਕੋਸ਼ਿਸ਼ ਆ ਕਿ ਸਾਡਾ ਏਰੀਆ ਸੁੱਖ ਸ਼ਾਂਤੀ ਰਵੇ। ਇੱਥੇ ਕਿਸੇ ਤਰ੍ਹਾਂ ਦੀ ਇਹ ਮਹਾਂਮਾਰੀ ਤੋਂ ਕਿਸੇ ਵੀ ਤਰ੍ਹਾਂ ਸਾਨੂੰ ਤਰੀਕੇ ਨਾਲ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਵੀ ਤਰੀਕੇ ਨਾਲ ਸਾਡਾ ਬਚਾਅ ਰਵੇ ਸਾਡੇ ਏਰੀਏ ਦਾ। ਅਸੀਂ ਪਰਮਾਤਮਾ ਗਾੜੀ ਅਰਦਾਸ ਕਰਦੇ ਹਾਂ ਕਿ ਜਿੱਦਾਂ ਕਿ ਵਧੀਆ ਲੰਘ ਰਿਹਾ, ਪਰਮਾਤਮਾ ਅੱਗੇ ਵੀ ਇੱਦਾਂ ਲੰਘਾਵੇ ਤੇ ਸੁੱਖ ਸ਼ਾਂਤੀ ਰੱਖੇ। ਸਰ ਆਲਮੋਸਟ ਗੱਲ ਕਰੀਏ ਆਪਣੇ ਸਟਾਫ ਦੀ, ਜਿਹੜਾ ਇਸ ਵਕਤ ਤੁਹਾਡੇ ਨਾਲ ਮੌਜੂਦ ਸਾਰਾ ਸਟਾਫ ਆ, ਗੁਰਸ਼ਰਨ ਸਿੰਘ ਜੀ ਨੇ SI ਸਾਹਿਬ ਔਰ ਮਨੋਜ ਜੀ ASI ਸਾਹਿਬ ਇੱਥੇ ਮੌਜੂਦ ਨੇ। ਤੇ ਗੱਲ ਕਰੀਏ ਸਰ ਇਹ ਤੁਹਾਡਾ ਜਿਹੜਾ ਸਟਾਫ ਆ ਉਹਦੇ ਵੱਲੋਂ ਤੁਹਾਡੇ ਲਈ ਕਿਵੇਂ ਦਾ ਭਰਮੇ ਦਾ ਹੰਗਾਰਾ ਆ ਰਿਹਾ, ਜਾਂ ਕਿਵੇਂ ਤੁਹਾਨੂੰ ਜ਼ਿਆਦਾ ਕੋਈ ਮੁਸ਼ੱਕਤ ਤਾਂ ਨਹੀਂ ਹੋ ਰਹੀ ਆਪਣੇ ਸਟਾਫ ਦੇ ਨਾਲ? ਨਹੀਂ, ਪਹਿਲੋਂ ਜਦੋਂ ਕਿਸੇ ਵੀ ਸਟੇਸ਼ਨ 'ਤੇ ਕੋਈ ਨਵਾਂ ਪੁਲਿਸ ਅਫਸਰ ਆਉਂਦਾ, ਸਟਾਫ ਨਵਾਂ ਹੁੰਦਾ, ਕੁਛ ਟਾਈਮ ਹੁੰਦੇ ਹੀ ਆ ਆਪਸ ਵਿੱਚ ਤਾਲਮੇਲ ਬਿਠਾਉਣ ਲਈ ਹੁੰਦਾ। ਬਾਕੀ ਪੁਰਾਣੇ ਮੁਲਾਜ਼ਮਾਂ ਕੋਈ ਕਾਫੀ ਸਾਥੀ ਮੇਰੇ ਨਾਲ ਪਹਿਲੋਂ ਵੀ ਰਹੇ ਆ, ਹੁਣ ਵੀ ਆ। ਹੁਣ ਮੈਨੂੰ ਕਰੀਬ 5 ਮਹੀਨੇ ਇੱਥੇ ਹੋ ਗਏ ਆ। ਮੇਰੇ ਨਾਲ ਵਧੀਆ ਕੋਆਪਰੇਸ਼ਨ ਆ। ਜਿੱਦਾਂ ਮੈਂ ਕੰਮ ਮੰਗਦਾ ਉਹ ਗਿੱਝ ਗਿਆ, ਉੱਦਾਂ ਹੀ ਉਹ ਕਰਦੇ, ਕੋਈ ਪ੍ਰੋਬਲਮ ਨਹੀਂ ਗਈ। ਇਟ ਮੀਨਸ ਆਲਮੋਸਟ ਗੱਲ ਕਰੀਏ ਤੇ ਸਾਰਾ ਕੁਝ ਵਧੀਆ ਆ ਰਿਹਾ ਜੀ ਬਿਲਗੇ 'ਚ? ਹਾਂ, ਬਿਲਕੁਲ ਠੀਕ ਆ ਜੀ। ਪਬਲਿਕ ਦਾ ਵੀ ਵਧੀਆ ਸਹਿਯੋਗ ਆ, ਸਾਰਾ ਠੀਕ ਆ, ਬਹੁਤ ਵਧੀਆ ਚੱਲ ਰਿਹਾ। ਪਰਮਾਤਮਾ ਕਿਰਪਾ ਕਰੇ ਇੱਦਾਂ ਹੀ ਚੱਲਦਾ ਰਹੇ। ਪਰ ਸਰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਪਣੇ ਬਿਲਗਾ ਨਿਵਾਸੀਆਂ ਨੂੰ, ਲਾਗੇ ਛਾਗੇ ਪਿੰਡਾਂ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੇਰੀ ਸਾਰੇ ਬਿਲਗਾ ਨਿਵਾਸੀਆਂ ਨੂੰ ਅਤੇ 44 ਪਿੰਡਾਂ ਦੇ
ਵਾਸੀਆਂ ਨੂੰ ਇਹ ਬੇਨਤੀ ਆ ਕਿ ਇਹ ਬੜਾ ਔਖਾ ਘੜੀ ਦਾ ਟਾਈਮ ਆ, ਆਪਾਂ ਸਾਰੇ ਸਹਿਯੋਗ ਕਰਕੇ ਇੱਕ ਦੂਸਰੇ ਦਾ, ਪੁਲਿਸ ਦਾ ਤੁਸੀਂ ਸਹਿਯੋਗ ਕਰੋ, ਪੁਲਿਸ ਤੁਹਾਡਾ ਸਹਿਯੋਗ ਕਰੇ, ਤਾਂ ਜੋ ਕਿ ਆਪਾਂ ਰਲ ਮਿਲ ਕੇ ਇਹ ਮਹਾਮਾਰੀ ਤੋਂ ਬਾਹਰ ਨਿਕਲ ਜਾਈਏ ਤਾਂ ਇਹ ਮਾੜੀ ਬਿਮਾਰੀ 'ਤੇ ਨਿਜਾਤ ਪਾ ਕੇ ਕੰਟਰੋਲ ਕਰ ਸਕੀਏ। ਔਰ ਸਰ ਕੋਈ ਐਸੀ ਯਾਦ ਜਿਹੜੀ ਤੁਹਾਨੂੰ ਯਾਦ ਹੋਵੇ, ਕਦੇ ਜ਼ਿੰਦਗੀ 'ਚ ਭੁੱਲੀ ਨਾ ਹੋਵੇ, ਚਾਹੇ ਉਹ ਸਟੱਡੀ ਟਾਈਮ ਦੀ ਹੋਵੇ, ਚਾਹੇ ਉਹ ਆਪਣੀ ਡਿਊਟੀ ਟਾਈਮ ਦੀ ਹੋਵੇ? ਮੈਨੂੰ ਇੱਕ ਇਸ ਇਲਾਕੇ ਨਾਲ ਬਹੁਤ ਪੁਰਾਣੀ ਯਾਦ ਜੁੜੀ ਹੈ ਜਿਹੜੀ ਕਦੀ ਵੀ ਨਹੀਂ ਮੈਂ ਭੁੱਲਦੀ। ਮੈਂ ਬਤੌਰ ਐਕਸਾਈਜ਼ ਇੰਚਾਰਜ ਹੁੰਦਾ ਸੀ, ਅਸੀਂ ਸਤਲੁਜ ਦਰਿਆ 'ਤੇ ਰੇਡ ਕੀਤਾ, ਰਾਤ ਸਿੱਖ ਭੱਠੀਆਂ ਤੋੜ ਕੇ ਨੱਠੇ ਸੀਗੇ ਤਾਂ ਅਸੀਂ ਉਦੋਂ ਜੰਗ ਸੀਗੇ, ਅਸੀਂ ਵੀ ਪਾਣੀ 'ਚ ਤਰ ਲੈਂਦੇ ਹੁੰਦੇ ਸੀ। ਅਸੀਂ ਉਹ ਪਿੱਛਾ ਕੀਤਾ ਤਾਂ ਤਰਦਿਆਂ ਇੱਕ ਪਾਣੀ ਦੀ ਘੁੰਮਣ ਘੇਰੀ ਆਈ, ਉਹ ਮੈਂ ਘੁੰਮਣ ਘੇਰੀ ਦੇ ਵਿੱਚ ਪੈ ਗਿਆ। ਘੁੰਮਣ ਘੇਰੀ ਦੇ ਵਿੱਚ ਪੈ ਕੇ ਮੈਨੂੰ ਕਿ ਮੈਂ ਡੁੱਬਣ ਦੀ ਹਾਲਤ 'ਚ ਸੀ। ਉਹੋ ਹੀ ਰਾਜ ਸਿੰਘ ਜਿਨ੍ਹਾਂ ਨੂੰ ਅਸੀਂ ਫੜਨਾ ਸੀ, ਉਹਨਾਂ ਨੇ ਆਣ ਕੇ ਮੈਨੂੰ ਬਾਹਰ ਬਚਾਇਆ। ਤਾਂ ਅੱਜ ਵੀ ਮੈਂ ਉਹਨਾਂ ਦਾ ਆਪਣੇ ਇਹੀ ਸੋਚਦਾ ਕਿ ਇਹ ਲਾਈਫ ਉਹਨਾਂ ਦੀ ਦਿੱਤੀ ਤਾਂ ਅੱਜ ਉਹਨਾਂ ਦੇ ਇਲਾਕੇ 'ਚ ਮੈਂ ਲੱਗਾ ਹੋਇਆ। ਔਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀਆਂ ਜ਼ਿੰਦਗੀ ਦੀਆਂ ਜਿਹੜੀਆਂ ਯਾਦਾਂ ਆ ਉਹ ਹਰ ਇੱਕ ਇਨਸਾਨ ਦੇ ਨਾਲ ਕਿਤੇ ਨਾ ਕਿਤੇ ਜ਼ਰੂਰ ਕਿਤੇ ਨਾ ਕਿਤੇ ਇਨ ਟੱਚ ਹੁੰਦੀਆਂ। ਤੇ ਅੱਜ ਉਹ ਯਾਦਾਂ ਨੂੰ ਤਾਜ਼ਾ ਕਰਨ ਲਈ ਮੈਂ ਸੁੱਖਾ ਬਸ਼ਰ ਨਰਿੰਦਰ ਪੰਡਾਲ ਚੀਫ ਬਿਊਰੋ ਦੇ ਨਾਲ ਬਿਲਗਾ ਥਾਣਾ ਦੇ ਵਿੱਚ ਪਹੁੰਚੇ ਸੀ। SHO ਸਾਹਿਬ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦੀ ਜ਼ਿੰਦਗੀ ਦੇ ਫਲਸਫਿਆਂ ਤੇ ਕੁਝ ਗੱਲਾਂ ਹੋਈਆਂ ਨੇ। ਉਮੀਦ ਆ ਤੁਸੀਂ ਪਸੰਦ ਕਰੋਗੇ।